ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਸਾਡੇ ਟੈਟ ਦੇ ਸਾਥੀਆਂ ਲਈ ਇੱਕ ਟੌਪਿਕ ਲੈ ਕੇ ਆਏ ਹਾਂ, ਫੂਡ ਨਾਲ ਸੰਬੰਧਿਤ, ਭੋਜਨ ਨਾਲ ਸੰਬੰਧਿਤ, ਜਿਸ ਵਿੱਚ ਉਹਨਾਂ ਨੂੰ ਭੋਜਨ ਦੇ ਵੱਖੋ ਵੱਖਰੇ ਅੰਸ਼, ਉਹ ਕਿੱਥੋਂ ਮਿਲਦੇ ਹਨ, ਉਹਨਾਂ ਦੇ ਸਰੋਤ, ਭੋਜਨ ਹੈ ਕਿਸ ਤਰ੍ਹਾਂ ਭੋਜਨ ਸਾਡੇ ਕੋਲ ਆਉਂਦਾ ਹੈ, ਕਿਸ ਰੂਪ 'ਚ ਆਉਂਦਾ, ਉਹ ਸਾਰਾ ਕੁਝ ਪੜ੍ਹਾਂਗੇ ਤੇ ਕਿਵੇਂ ਸਾਡੇ ਲਈ ਉਹ ਫਾਇਦੇਮੰਦ ਹੈ। ਆਓ ਜੀ ਅਸੀਂ ਇਸ ਚੈਪਟਰ ਨੂੰ ਸਟਾਰਟ ਕਰਦੇ ਹਾਂ। ਫੂਡ ਸੋਰਸਿਸ ਐਂਡ ਇਟਸ ਕੰਪੋਨੈਂਟਸ। ਇਹ ਤੁਹਾਡਾ ਪੀ ਟੈਟ ਹੋਵੇ, ਸੀ ਟੈਟ ਹੋਵੇ, ਜਿਹੜਾ ਵੀ ਹੋਏਗਾ ਟੈਟ ਕਿਸੇ ਵੀ ਤਰ੍ਹਾਂ ਦਾ, ਉਸ ਵਿੱਚ ਜੇਕਰ ਤੁਹਾਡਾ ਟੌਪਿਕ ਹੈ ਤਾਂ ਉਸ ਵਿੱਚ ਸਾਰਾ ਕੁਝ ਤੁਹਾਡਾ ਕਵਰ ਕੀਤਾ ਜਾਏਗਾ, ਜਿੰਨੇ ਟੌਪਿਕਸ ਹੋਣਗੇ। ਆਓ ਜੀ ਮੇਰੇ ਨਾਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭੋਜਨ ਹੈ ਕੀ। ਭੋਜਨ ਸਾਡੇ ਸਰੀਰ ਲਈ ਇੱਕ ਮੁੱਢਲੀ ਚੀਜ਼ ਹੈ, ਜਿਸ ਦੇ ਨਾਲ ਸਾਡਾ ਜਿਹੜਾ ਸਰੀਰ ਹੈ ਉਹ ਬਹੁਤ ਚੰਗੇ ਤਰੀਕੇ ਨਾਲ ਕੰਮ ਕਰਦਾ ਹੈ। ਹੁਣ ਅਸੀਂ ਜ਼ਿਆਦਾ ਸਮਾਂ ਵਿਅਰਥ ਨਾ ਕਰਦੇ ਹੋਏ, ਤੁਹਾਨੂੰ ਸਾਨੂੰ ਪਤਾ ਹੈ ਭੋਜਨ ਤੋਂ ਸਾਨੂੰ ਬਹੁਤ ਜ਼ਿਆਦਾ ਊਰਜਾ ਵੀ ਮਿਲਦੀ ਹੈ, એનર્ਜੀ। ਤੇ ਅਸੀਂ ਇਹ ਜਿਹੜਾ ਲੈਕਚਰ ਹੈ ਇਹ ਕੁਝ ਇੰਗਲਿਸ਼ ਕੁਝ ਪੰਜਾਬੀ ਨੂੰ ਮਿਕਸ ਕਰਕੇ ਬਣਾਵਾਂਗੇ, ਕਿਉਂਕਿ ਬਹੁਤ ਸਾਰੇ ਦੋਸਤਾਂ ਦੀ ਡਿਮਾਂਡ ਸੀ ਕਿ ਸਾਨੂੰ ਪੰਜਾਬੀ ਵਿੱਚ ਲੈਕਚਰ ਦਿੱਤਾ ਜਾਵੇ, ਤੇ ਉਹਨਾਂ ਲਈ ਸਪੈਸ਼ਲ ਹੈ। ਤੁਹਾਡਾ ਫਰਜ਼ ਬਣਦਾ ਹੈ ਕਿ ਅੱਗੇ ਉਹਨਾਂ ਤੱਕ ਪਹੁੰਚਾਓ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਹਾਂਜੀ, ਆ ਜਾਓ। ਤਾਂ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਫੂਡ ਦੇ ਜਿਹੜੇ ਸਰੋਤ ਹਨ। ਕਿਹਦੇ ਬਾਰੇ ਗੱਲ ਕਰਾਂਗੇ? ਫੂਡ ਸੋਰਸਿਸ, ਭੋਜਨ ਦੇ ਸਰੋਤ। ਪੰਜਾਬੀ 'ਚ ਕੀ ਕਹਾਂਗੇ ਇਹਨਾਂ ਨੂੰ? ਭੋਜਨ ਦੇ ਸਰੋਤ। ਤਾਂ ਭੋਜਨ ਦੇ ਕਿਹੜੇ ਸਰੋਤ ਹਨ? ਸਾਨੂੰ ਕਿੱਥੋਂ ਭੋਜਨ ਮਿਲਦਾ? ਸਾਨੂੰ ਭੋਜਨ ਦੋ ਜਗ੍ਹਾ ਤੋਂ ਮਿਲਦਾ ਹੈ ਜੀ। ਇੱਕ ਤਾਂ ਪੌਦਿਆਂ ਤੋਂ, ਮੀਨਸ ਪਲਾਂਟਸ। ਦੂਜਾ ਕਿੱਥੋਂ ਮਿਲਦਾ ਹੈ? ਐਨੀਮਲਸ, ਜਾਨਵਰਾਂ ਤੋਂ। ਪੰਜਾਬੀ 'ਚ ਲਿਖ ਦਿੰਦਾ ਨਾਲ ਮੈਂ, ਪੌਦਿਆਂ ਤੋਂ ਅਤੇ ਜਾਨਵਰਾਂ ਤੋਂ। ਠੀਕ ਹੈ ਜੀ। ਹੁਣ ਪੌਦਿਆਂ ਤੋਂ ਵੀ ਅਲੱਗ-ਅਲੱਗ ਤਰ੍ਹਾਂ ਦਾ ਭੋਜਨ ਸਾਨੂੰ ਮਿਲਦਾ ਹੈ। ਜਿਵੇਂ ਕੁਝ ਪੌਦਿਆਂ ਤੋਂ ਸਾਨੂੰ ਫਰੂਟਸ ਮਿਲਦੇ ਹਨ, ਕੁਝ ਤੋਂ ਸਾਨੂੰ ਸਬਜ਼ੀਆਂ ਮਿਲਦੀਆਂ ਹਨ। ਉਸੇ ਤਰ੍ਹਾਂ ਜਿਵੇਂ ਜਾਨਵਰ ਹਨ, ਕਿਸੇ ਤੋਂ ਸਾਨੂੰ ਮੀਟ ਮਿਲਦੀ ਹੈ, ਕਿਸੇ ਤੋਂ ਸਾਨੂੰ ਅੰਡੇ ਮਿਲਦੇ ਹਨ। ਠੀਕ ਹੈ ਜੀ। ਕਿਸੇ ਤੋਂ ਸਾਨੂੰ ਮਿਲਕ ਦੇ ਪ੍ਰੋਡਕਟਸ ਮਿਲਦੇ ਹਨ, ਦੁੱਧ ਨਾਲ ਸੰਬੰਧਿਤ ਪਨੀਰ, ਮੱਖਣ, ਦੁੱਧ, ਦਹੀਂ, ਇਹ ਸਾਰਾ ਕੁਝ ਮਿਲਦਾ ਹੈ। ਠੀਕ ਹੈ ਜੀ। ਤਾਂ ਇਹ ਦੋ ਤਰ੍ਹਾਂ ਦੇ ਮੁੱਖ ਸਰੋਤ ਹਨ ਭੋਜਨ ਦੇ, ਜਿਨ੍ਹਾਂ ਤੋਂ ਸਾਨੂੰ ਭੋਜਨ ਮਿਲਦਾ ਹੈ, ਜਿਹੜਾ ਸਾਡੇ ਸਰੀਰ ਲਈ ਮੁੱਢਲਾ ਤੇ ਲੋੜੀਂਦਾ ਹੈ। ਠੀਕ ਹੈ ਜੀ। ਇਹ ਤੁਸੀਂ ਇਹਨਾਂ ਨੋਟ ਕਰੋ, ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਇਸ ਬਾਰੇ। ਹੁਣ ਅਸੀਂ ਇਹਨੂੰ ਬਹੁਤ ਡੂੰਘਾਈ ਤੇ ਪੜ੍ਹਨ ਜਾ ਰਹੇ ਹਾਂ। ਆ ਜਾਓ ਮੇਰੇ ਨਾਲ, ਪੜ੍ਹਦੇ ਹਾਂ ਆਪਾਂ। ਆਪਾਂ ਪੌਦਿਆਂ ਨੂੰ, ਪਲਾਂਟਸ ਨੂੰ ਕੀ ਕਹਿੰਦੇ ਆ? ਉਤਪਾਦਕ ਵੀ ਕਹਿੰਦੇ ਆ। ਕੀ ਕਹਿੰਦੇ ਆ? ਉਤਪਾਦਕ। ਇੰਗਲਿਸ਼ ਕੀ ਬੋਲਦੇ ਆ ਇਹਨੂੰ? ਪ੍ਰੋਡਿਊਸਰਸ। ਜਿੱਦਾਂ ਇੱਕ ਪ੍ਰੋਡਿਊਸਰ ਮੂਵੀ ਬਣਾਉਂਦਾ ਹੈ, ਉਵੇਂ ਹੀ ਜਿਹੜੇ ਪੌਦੇ ਨੇ ਸਾਡੇ, ਉਹ ਕੀ ਬਣਾਉਣਗੇ? ਭੋਜਨ ਬਣਾਉਣਗੇ। ਤੇ ਉਹਨਾਂ ਤੋਂ ਭੋਜਨ ਕੌਣ ਲਏਗਾ? ਅਸੀਂ ਲੋਕ। ਠੀਕ ਹੈ। ਹੁਣ ਪੌਦਿਆਂ ਦੇ ਵਿੱਚ ਭੋਜਨ ਕਿੱਦਾਂ ਬਣਦਾ ਹੈ? ਅਸੀਂ ਆਪਣੇ ਘਰੇਲੂ ਐਗਜ਼ਾਮਪਲ ਤੋਂ ਸਮਝਦੇ ਹਾਂ, ਤੁਹਾਨੂੰ ਬਹੁਤ ਜਲਦੀ ਸਮਝ ਆਏਗਾ। ਦੇਖੋ, ਜਿੱਦਾਂ ਸਾਡੇ ਘਰਾਂ ਦੇ ਵਿੱਚ, ਰਸੋਈ ਦੇ ਵਿੱਚ, ਇੱਧਰ ਅਸੀਂ ਲਿਖ ਲੈਂਦੇ ਹਾਂ ਘਰ, ਇੱਧਰ ਲਿਖ ਦਿੰਦੇ ਹਾਂ ਅਸੀਂ ਪੌਦੇ। ਹੁਣ ਘਰ ਦੇ ਵਿੱਚ ਜਦੋਂ ਵੀ ਤੁਸੀਂ ਸਬਜ਼ੀ ਵਗੈਰਾ ਬਣਾਉਂਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਬਜ਼ੀ ਦੀ ਜ਼ਰੂਰਤ ਹੁੰਦੀ ਹੈ। ਦੂਜੀ, ਮਸਾਲੇ ਹੋਣੇ ਚਾਹੀਦੇ ਹਨ। ਤੀਜੀ, ਮਸਾਲਿਆਂ ਤੋਂ ਇਲਾਵਾ ਪਾਣੀ। ਚੌਥੀ, ਤੁਸੀਂ ਊਰਜਾ ਦਿੰਦੇ ਹੋ, ਹੀਟ ਦਿੰਦੇ ਹੋ, ਤਾਪ। ਠੀਕ ਹੈ ਜੀ। ਉਸ ਤੋਂ ਬਾਅਦ ਗੈਸ। ਠੀਕ ਹੈ। ਇਹ ਮੇਨ ਚੀਜ਼ਾਂ ਨੇ ਤੁਹਾਡੇ ਘਰ ਦੇ ਰਸੋਈ ਦੇ ਵਿੱਚ। ਜਦੋਂ ਤੁਸੀਂ ਖਾਣਾ ਬਣਾਉਂਦੇ ਹੋ, ਸਬਜ਼ੀ ਬਣਾਉਂਦੇ ਹੋ, ਉਸੇ ਤਰ੍ਹਾਂ ਪੌਦਿਆਂ ਦੇ ਵਿੱਚ ਸਬਜ਼ੀ ਦਾ ਕੰਮ ਕੌਣ ਕਰੇਗਾ? ਪੌਦੇ 'ਚ ਭੋਜਨ ਕਿੱਥੇ ਬਣੇਗਾ? ਜਾ ਕੇ ਪੌਦੇ ਦੇ ਪੱਤਿਆਂ ਦੇ ਵਿੱਚ। ਕਿੱਥੇ ਬਣੇਗਾ? ਪੱਤਿਆਂ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਮੈਂ ਲਿਖ ਰਿਹਾ ਇੱਥੇ ਪੱਤੇ। ਠੀਕ ਹੈ ਜੀ। ਫਿਰ
ਮਸਾਲੇ ਦੀ ਜਗ੍ਹਾ ਤੇ ਕੀ ਆਏਗਾ ਇੱਥੇ ਪੌਦਿਆਂ ਦੇ ਵਿੱਚ? ਕਲੋਰੋਫਿਲ। ਕਲੋਰੋਫਿਲ, ਕਲੋਰੋਫਿਲ ਇੱਕ ਹਰੇ ਰੰਗ ਦਾ ਪਦਾਰਥ ਹੁੰਦਾ ਹੈ, ਠੀਕ ਹੈ, ਜਿਸ ਦੇ ਕਰਕੇ ਪੌਦਿਆਂ ਦਾ ਕਲਰ ਹਰੇ ਰੰਗ ਦਾ ਹੁੰਦਾ ਹੈ। ਜੋ ਲੀਫ ਨੇ ਪੌਦੇ ਦੇ, ਉਹਨਾਂ ਦਾ ਕਲਰ ਗ੍ਰੀਨ ਹੈ। ਕਿਉਂ ਹੈ? ਕਿਉਂਕਿ ਪੌਦਿਆਂ ਦੇ ਵਿੱਚ ਕੀ ਹੁੰਦਾ ਹੈ? ਕਲੋਰੋਪਲਾਸਟ। ਕੀ ਹੁੰਦਾ ਹੈ? ਕਲੋਰੋਪਲਾਸਟ। ਤੇ ਉਹਨਾਂ ਕਲੋਰੋਪਲਾਸਟ ਦੇ ਵਿੱਚ ਕੀ ਹੁੰਦਾ ਹੈ? ਕਲੋਰੋਫਿਲ। ਕੀ ਹੁੰਦਾ ਹੈ? ਕਲੋਰੋਫਿਲ। ਠੀਕ ਹੈ ਜੀ। ਪੌਦਿਆਂ ਦੇ ਵਿੱਚ ਕਲੋਰੋਪਲਾਸਟ ਹੈ ਪੱਤਿਆਂ ਦੇ ਵਿੱਚ, ਤੇ ਉਹਨਾਂ ਪੱਤਿਆਂ ਦੇ ਕਲੋਰੋਪਲਾਸਟ ਦੇ ਵਿੱਚ ਕੀ ਹੈ? ਕਲੋਰੋਫਿਲ, ਜਿਹਦੇ ਕਰਕੇ ਪੱਤਿਆਂ ਦਾ ਕਲਰ ਜਿਹੜਾ ਹੈ ਉਹ ਹਰਾ ਦਿਖਦਾ, ਸਾਨੂੰ ਗ੍ਰੀਨ ਦਿਖਦਾ ਹੈ। ਠੀਕ ਹੈ ਜੀ। ਹੁਣ ਕਲੋਰੋਫਿਲ ਤੋਂ ਬਾਅਦ ਪਾਣੀ, ਤਾਂ ਇੱਥੇ ਵੀ ਕੀ ਚਾਹੀਦਾ? ਸੇਮ ਪਾਣੀ। ਉਸ ਤੋਂ ਬਾਅਦ ਤਾਪ, ਇੱਥੇ ਕੀ ਆਊਗੀ? ਸੂਰਜ ਦੀ ਰੋਸ਼ਨੀ। ਸੂਰਜ ਦੀ ਰੋਸ਼ਨੀ। ਇੱਥੇ ਕੀ ਆਏਗਾ? ਗੈਸ ਹੈ। ਇੱਥੇ ਸਾਡੇ ਘਰਾਂ 'ਚ LPG ਹੈ, ਤੇ ਇੱਥੇ ਕਿਹੜੀ ਹੈ? ਕਾਰਬਨ ਡਾਈਆਕਸਾਈਡ। ਇਹਨੂੰ ਕੀ ਲਿਖਦੇ ਆ? CO2, ਕਾਰਬਨ ਡਾਈਆਕਸਾਈਡ। ਹੁਣ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਏਗਾ ਕੰਪੇਅਰ ਕਰਨਾ। ਸੋਚ ਕੇ ਦੇਖਣਾ ਇਹਨੂੰ ਜਸਟ, ਕਿ ਘਰ ਵਿੱਚ ਸਾਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਸਬਜ਼ੀ ਵਗੈਰਾ ਬਣਾਉਣ ਲਈ। ਤਾਂ ਦੇਖੋ, ਸਭ ਤੋਂ ਪਹਿਲਾਂ ਸਬਜ਼ੀ ਹੋਣੀ ਚਾਹੀਦੀ ਹੈ, ਮਸਾਲੇ, ਪਾਣੀ, ਤਾਪਮਾਨ, ਗੈਸ, ਇਹ ਸਾਰਾ ਕੁਝ ਹੋਣਾ ਚਾਹੀਦਾ ਹੈ। ਹੁਣ ਆਪਾਂ ਪੌਦਿਆਂ ਵਿੱਚ ਸੋਚੀਏ ਵੀ ਪੌਦੇ ਕਿਵੇਂ ਆਪਣਾ ਭੋਜਨ ਬਣਾਉਂਦੇ ਆ। ਸਭ ਤੋਂ ਪਹਿਲੀ ਗੱਲ ਕੀ ਜ਼ਰੂਰੀ ਹੈ? ਪੱਤੇ। ਪੱਤਿਆਂ ਦੇ ਵਿੱਚ ਬਣੇਗਾ, ਫਿਰ ਮਸਾਲਾ ਕਿਹੜਾ ਹੋਏਗਾ? ਕਲੋਰੋਫਿਲ। ਇਹ ਤੁਸੀਂ ਨਾਮ ਯਾਦ ਰੱਖਣਾ ਹੈ, ਕਲੋਰੋਫਿਲ। ਠੀਕ ਹੈ। ਉਸ ਤੋਂ ਬਾਅਦ ਤੀਜੀ ਚੀਜ਼ ਤਾਪਮਾਨ, ਸੂਰਜ ਦੀ ਰੋਸ਼ਨੀ। ਚੌਥਾ ਪਾਣੀ ਮਿਲੇਗਾ। ਪੰਜਵਾਂ ਕੀ ਮਿਲੇਗਾ ਤੁਹਾਡੇ ਕੋਲ? ਗੈਸ। ਕਿਹੜੀ? ਕਾਰਬਨ ਡਾਈਆਕਸਾਈਡ ਗੈਸ। ਠੀਕ ਹੈ ਜੀ। ਇਹ ਤੁਸੀਂ ਏਦਾਂ ਇਹਨਾਂ ਨੂੰ ਯਾਦ ਰੱਖਣਾ ਹੈ, ਤੇ ਇੱਥੇ ਭੋਜਨ ਬਣ ਜਾਏਗਾ ਪੌਦਿਆਂ ਦੇ ਵਿੱਚ। ਤੇ ਜਦੋਂ ਹੀ ਭੋਜਨ ਬਣਿਆ, ਫੂਡ ਬਣ ਗਿਆ, ਕਿਹੜੀ ਫਾਰਮ ਦੇ ਵਿੱਚ ਬਣੇਗਾ? ਗਲੂਕੋਜ਼ ਦੀ ਫਾਰਮ 'ਚ ਬਣਿਆ। ਨਾਲ ਕੀ ਬਣੇਗਾ ਇੱਥੇ? ਆਕਸੀਜਨ। ਨਾਲ ਕੀ ਬਣੇਗਾ? ਆਕਸੀਜਨ ਗੈਸ ਰਿਲੀਜ਼ ਹੋਏਗੀ, ਕਿਉਂਕਿ ਸਾਨੂੰ ਪਤਾ ਹੈ ਜਿਹੜੇ ਪੌਦੇ ਨੇ ਉਹ ਜਿਹੜੀ ਗੈਸ ਅਸੀਂ ਛੱਡਦੇ ਹਾਂ, ਕਿਹੜੀ ਛੱਡਦੇ ਹਾਂ? ਜਦੋਂ ਸਾਹ ਛੱਡਦੇ ਹਾਂ, ਕਾਰਬਨ ਡਾਈਆਕਸਾਈਡ, ਤੇ ਲੈਂਦੇ ਕਿਹੜੀਆਂ ਅਸੀਂ ਗੈਸ? ਆਕਸੀਜਨ, O2। ਆਕਸੀਜਨ ਦਾ ਫਾਰਮੂਲਾ ਕੀ ਹੈ? O2, ਤੇ ਉਹ ਅਸੀਂ ਲੈਂਦੇ ਹਾਂ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਤੇ ਉਹ ਸਾਨੂੰ ਕੌਣ ਦੇ ਰਿਹਾ? ਸਾਡੇ ਪੌਦੇ। ਕਲੀਅਰ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਨਾਲ ਇੱਥੇ ਕਈ ਵਾਰ ਕੁਝ ਰਿਐਕਸ਼ਨ ਦੇ ਵਿੱਚ ਪਾਣੀ ਵੀ ਲਿਖਿਆ ਹੁੰਦਾ ਹੈ, ਕਿਉਂਕਿ ਪਾਣੀ ਵੀ ਨਾਲ ਨਾਲ ਕੀ ਹੁੰਦਾ? ਇਵੈਪੋਰੇਟ ਹੁੰਦਾ ਹੈ। ਪਾਣੀ ਵੀ ਹੁੰਦਾ ਇੱਥੇ ਨਾਲ ਨਾਲ, ਤਾਂ ਪਾਣੀ ਵੀ ਕੀ ਹੁੰਦਾ ਰਹਿੰਦਾ? ਇਵੈਪੋਰੇਟ। ਕਲੀਅਰ ਹੈ ਜੀ। ਤੇ ਤੁਸੀਂ ਨੋਟ ਕਰ ਲਓ ਫਟਾਫਟ, ਸਕਰੀਨਸ਼ਾਟ ਲੈ ਲਓ ਇਹਦਾ, ਫਿਰ ਅੱਗੇ ਕਰਾਉਣਾ ਮੈਂ। ਹੁਣ ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੌਦਿਆਂ ਨੂੰ ਪਾਣੀ ਚਾਹੀਦਾ ਭੋਜਨ ਬਣਾਉਣ ਲਈ, ਜਿਵੇਂ ਸਾਨੂੰ ਚਾਹੀਦਾ ਹੈ, ਪਰ ਉਹ ਪਾਣੀ ਆਉਂਦਾ ਕਿੱਥੋਂ ਹੈ? ਕੌਣ ਲੈ ਕੇ ਆਉਂਦਾ ਉਹਨੂੰ? ਜਿਵੇਂ ਸਾਡੇ ਕੋਲ ਇੱਕ ਪੌਦਾ ਹੈ, ਠੀਕ ਹੈ, ਉਹ ਜੜ੍ਹਾਂ ਤੋਂ ਪਾਣੀ ਨੂੰ ਚੱਕਦਾ ਹੈ। ਜੜ੍ਹਾਂ ਨੇ ਉਹਦੀਆਂ ਰੂਟਸ ਨੇ। ਠੀਕ ਹੈ ਜੀ। ਆਹ ਰੂਟਸ ਨੇ ਪੌਦੇ ਦੀਆਂ। ਠੀਕ ਹੈ ਜੀ। ਇੱਥੇ ਪੌਦਾ ਉੱਪਰ, ਡਰਾਇੰਗ ਤੇ ਨਾ ਜਾਇਓ, ਸਮਝਣ ਦੀ ਕੋਸ਼ਿਸ਼ ਕਰਿਓ। ਥੱਲੇ ਕੀ ਨੇ? ਜੜ੍ਹਾਂ। ਇੱਥੋਂ ਕੀ ਚੱਕੇਗੀ? ਜੜ੍ਹਾਂ ਪਾਣੀ ਚੱਕਣਗੀਆਂ। ਉਹ ਪਾਣੀ ਹੁਣ ਇੱਥੇ ਆਏਗਾ। ਹੁਣ ਇੱਥੋਂ ਲੈ ਕੇ ਹੁਣ ਪੱਤਿਆਂ ਦੇ ਵਿੱਚ ਜਾ ਕੇ ਭੋਜਨ ਬਣਦਾ ਹੈ। ਪੱਤਿਆਂ ਦੇ ਵਿੱਚ ਜਾ ਕੇ ਕੀ ਬਣੇਗਾ? ਭੋਜਨ ਬਣੇਗਾ ਪੌਦੇ ਦੇ। ਉਹ ਪੱਤਿਆਂ ਤੱਕ ਪਾਣੀ ਲੈ ਕੇ ਕੌਣ ਜਾਏਗਾ? ਸਭ ਤੋਂ ਵੱਡਾ ਕੁਐਸਚਨ ਇਹ ਹੈ। ਤਾਂ ਉਹ ਲੈ ਕੇ ਜਾਏਗਾ ਸਾਡੇ ਕੋਲ, ਉਹਦਾ ਨਾਮ ਹੈ ਜ਼ਾਈਲਮ। ਜ਼ਾਈਲਮ ਪੰਜਾਬੀ ਚ ਲਿਖ ਦੇਣਾ, ਜ਼ਾਈਲਮ। ਇਹ ਕੀ ਕਰਾਏਗਾ? ਪਾਣੀ ਦਾ ਸਥਾਨਾਂਤਰਨ। ਪਾਣੀ ਦਾ ਸਥਾਨਾਂਤਰਨ। ਲੋ ਜੀ, ਇੰਗਲਿਸ਼ ਚ ਇਹਨੂੰ ਕੀ ਕਹਿੰਦੇ ਆ? ਇੰਗਲਿਸ਼ ਕੀ ਬੋਲਾਂਗੇ ਇਹਨੂੰ? ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਪਾਣੀ ਦਾ ਸਥਾਨਾਂਤਰਨ ਹੈ, ਤੇ ਇਸ ਨੂੰ ਇੰਗਲਿਸ਼ ਦੇ ਵਿੱਚ ਕੀ ਕਵਾਂਗੇ ਅਸੀਂ? ਜ਼ਾਈਲਮ ਨੇ ਪਾਣੀ ਚੱਕਿਆ। ਸੋਚ ਕੇ ਦੇਖਣਾ ਤੁਸੀਂ। ਸਭ ਤੋਂ ਪਹਿਲਾਂ ਜੜ੍ਹਾਂ 'ਚ ਪਾਣੀ ਆਇਆ ਪੌਦੇ ਦੀਆਂ, ਜੜ੍ਹਾਂ ਨੇ ਪਾਣੀ ਉੱਪਰ ਅੱਗੇ ਪੱਤਿਆਂ ਤੱਕ ਭੇਜਣਾ ਹੈ। ਕਿਵੇਂ ਜਾਏਗਾ? ਉਹਨੂੰ ਕੌਣ ਲੈ ਕੇ ਜਾਏਗਾ? ਜ਼ਾਈਲਮ। ਜ਼ਾਈਲਮ ਕੀ ਹੈ? ਜ਼ਾਈਲਮ ਇੱਕ ਤਰ੍ਹਾਂ ਦਾ ਹਾਰਮੋਨ ਵੀ ਹੈ,
ਪੌਦੇ ਦੇ ਅੰਦਰ, ਜਾਂ ਕਹਿ ਲਓ ਇਹਨਾਂ ਨੂੰ ਹੋਰ ਕੀ ਕਹਿੰਦੇ ਆ, ਵਾਸਕੂਲਰ ਬੰਡਲ ਹੈ, ਵਾਸਕੂਲਰ ਬੰਡਲ। ਹੁਣ ਜ਼ਾਈਲਮ ਦੇ ਵਿੱਚ ਐਸਾ ਕੀ ਹੁੰਦਾ ਹੈ ਤਾਂ ਤੁਸੀਂ ਯਾਦ ਰੱਖਣੀ ਹੈ, ਜ਼ਾਈਲਮ ਦੇ ਵਿੱਚ ਨਾ ਕੁਝ ਟਿਊਬਸ ਹੁੰਦੀਆਂ ਨੇ, ਉਹਨਾਂ ਟਿਊਬਸ ਨੂੰ ਕੀ ਕਹਿੰਦੇ ਇੰਗਲਿਸ਼ 'ਚ, ਵੈਸਲਸ, ਵੈਸਲਸ, ਠੀਕ ਹੈ। ਉਹ ਖਾਲੀ ਟਿਊਬਸ ਨੇ ਜਿਨ੍ਹਾਂ ਨਾਲ ਪਾਣੀ ਉੱਪਰ ਜਾਏਗਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਹੁਣ ਦੇਖੋ ਇੰਨਾ ਨੋਟ ਕਰੋ, ਤਾਂ ਤੁਹਾਨੂੰ ਇੱਕ ਪ੍ਰਸ਼ਨ ਆ ਸਕਦਾ ਹੈ ਕਿ ਪਾਣੀ ਦਾ ਸਥਾਨਾਂਤਰਨ ਕੌਣ ਕਰਾਉਂਦਾ ਹੈ ਪੌਦਿਆਂ ਦੇ ਵਿੱਚ, ਤਾਂ ਕੌਣ ਕਰਾਉਂਦਾ ਹੈ, ਜ਼ਾਈਲਮ, ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਭੋਜਨ ਬਣ ਗਿਆ ਪੌਦਿਆਂ ਦੇ ਪੱਤਿਆਂ ਦੇ ਵਿੱਚ, ਭੋਜਨ ਜੋ ਬਣ ਗਿਆ ਹੈ, ਹੁਣ ਪੱਤਿਆਂ ਤੋਂ ਕੀ ਹੋਣਾ, ਆ ਪੱਤਾ ਹੈ, ਇੱਥੋਂ ਕੀ ਹੋਣਾ, ਭੋਜਨ ਨੇ ਜਿਹੜਾ ਬਣਿਆ ਪੱਤਿਆਂ ਦੇ ਵਿੱਚ ਉਹ ਪੂਰੇ ਦੇ ਪੂਰੇ ਪੌਦੇ ਵਿੱਚ ਜਾਣਾ। ਉਹ ਕੌਣ ਲੈ ਕੇ ਜਾਏਗਾ, ਹੁਣ ਉਹ ਜਾਏਗਾ ਜੀ, ਸਾਡੇ ਕੋਲ ਇੱਕ ਹਾਰਮੋਨ ਆਏਗਾ, ਕਿਹੜਾ, ਉਹਦਾ ਨਾਮ ਹੈ ਫਲੋਇਮ, ਫਲੋਇਮ, ਫਲੋਇਮ। ਫਲੋਇਮ ਕੀ ਕਰੇਗਾ, ਪੂਰੇ ਦੇ ਪੂਰੇ ਪੌਦੇ ਦੇ ਵਿੱਚ ਭੋਜਨ ਨੂੰ ਲੈ ਕੇ ਜਾਏਗਾ ਤਾਂ ਕਿ ਪੂਰੇ ਪੌਦੇ ਨੂੰ ਭੋਜਨ ਦੀ ਜਿਹੜੀ ਜ਼ਰੂਰਤ ਹੈ ਉਹ ਪੂਰੀ ਕੀਤੀ ਜਾ ਸਕੇ, ਠੀਕ ਹੈ ਜੀ। ਫਲੋਇਮ ਲੈ ਕੇ ਜਾਏਗਾ, ਇਹ ਵੀ ਕੀ ਹੈ, ਤੁਹਾਡਾ ਹਾਰਮੋਨ ਹੈ ਜਾਂ ਕਹਿ ਲਓ ਵਾਸਕੂਲਰ ਬੰਡਲ ਹੈ, ਵਾਸਕੂਲਰ ਬੰਡਲ। वैसे तो वास्कुलर बंडल है, जो जाइलम प्लस फ्लोएम है ਅਸੀਂ ਕੀ ਕਹਿ ਦਿੰਦੇ ਆ, ਵਾਸਕੂਲਰ ਬੰਡਲਸ। ਕੀਵਰਡ ਲੱਗ ਜਾਏਗਾ ਵਾਸਕੂਲਰ ਬੰਡਲਸ। ਤਾਂ ਕਈ ਵਾਰ ਕੁਐਸਚਨ ਆ ਜਾਂਦਾ ਕਿ ਤੁਹਾਡੇ ਕੋਲ ਵਾਸਕੂਲਰ ਬੰਡਲ ਕੀ ਹਨ, ਤਾਂ ਸਾਡੇ ਕੋਲ ਜਾइलम ਤੇ ਫਲੋएम ਕੀ ਹਨ, ਵਾਸਕੂਲਰ ਬੰਡਲਸ। ਤੇ ਫਲੋएम ਦੇ ਵਿੱਚ ਕੀ ਹੁੰਦਾ, ਜਿੱਦਾਂ जाइलम ਦੇ ਵਿੱਚ ਕੀ ਸੀ, ਵੈਸਲਸ, ਫਲੋएम ਦੇ ਵਿੱਚ ਕੀ ਹੋਏਗਾ, ਜਿਹਦੇ ਨਾਲ ਫੂਡ ਟ੍ਰਾਂਸਫਰ ਹੁੰਦਾ ਕਿਤੋਂ ਅੱਗੇ, ਉਹ ਚੀਜ਼ ਕੀ ਹੁੰਦੀ ਹੈ, ਤੁਸੀਂ ਇੱਥੇ ਕੀ ਲਿਖੋਗੇ, ਮੇਨ ਪਾਰਟ ਸੀਵ ਟਿਊਬਸ, ਸੀਵ ਟਿਊਬਸ, ਜਿਨ੍ਹਾਂ ਨੂੰ ਅਸੀਂ ਪੰਜਾਬੀ ਚ ਕਹਿ ਸਕਦੇ ਹਾਂ, ਸੀਵ ਕੀ ਹੁੰਦੀ ਹੈ, ਛਾਨਣੀ, ਠੀਕ ਹੈ, ਆਟਾ ਛਾਣਨ ਵਾਲੀ ਹੁੰਦੀ ਨਾ, ਉਦਾਂ ਹੀ ਛਾਣ ਛਾਣ ਕੇ ਨਾ ਕੀ ਭੇਜਣਾ ਅੱਗੇ ਪੌਦੇ ਦੇ ਵਿੱਚ, ਪੂਰੇ ਦੇ ਵਿੱਚ ਭੋਜਨ ਭੇਜਣਾ, ਛਾਨਣੀ, ਠੀਕ ਹੈ ਜੀ, ਸੀਵ ਟਿਊਬਸ। ਹੁਣ ਸਾਰਾ ਜਦੋਂ ਭੋਜਨ ਚੱਲ ਜਾਏਗਾ ਪੌਦੇ ਦੇ ਵਿੱਚ, ਫਿਰ ਪੌਦਾ ਜਿਹੜਾ ਹੈ ਵੱਧਦਾ ਫੁੱਲਦਾ ਹੈ, ਠੀਕ ਹੈ ਜੀ। ਫਿਰ ਅਸੀਂ ਵੀ ਉੱਥੋਂ ਹੌਲੀ ਹੌਲੀ ਕਰਕੇ ਪੌਦੇ ਦੇ ਕੁਝ ਭਾਗਾਂ ਤੋਂ ਭੋਜਨ ਪ੍ਰਾਪਤ ਕਰਦੇ ਹਾਂ, ਕਿਸੇ ਤੋਂ ਫਲ ਲੈਂਦੇ ਹਾਂ, ਕਿਸੇ ਤੋਂ ਅਸੀਂ ਸਬਜ਼ੀਆਂ ਲੈਂਦੇ ਹਾਂ, ਠੀਕ ਹੈ ਜੀ, ਇਹ ਨੋਟ ਕਰ ਲਓ। ਤੇ ਜਿਹੜਾ ਫਲੋएम ਹੈ ਇਹ ਕੀ ਕਰਦਾ ਹੈ, ਇੱਕ ਜ਼ਰੂਰੀ ਗੱਲ, ਜਿਹੜਾ ਫਲੋएम ਹੈ ਇਹ ਭੋਜਨ ਦਾ ਸਥਾਨਾਂਤਰਨ ਕਰਦਾ ਹੈ, ਪੰਜਾਬੀ ਚ ਲਿਖ ਦਿੰਦਾ, ਭੋਜਨ ਦਾ ਸਥਾਨਾਂਤਰਨ, ਇਹਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹਨ, ਟ੍ਰਾਂਸਲੋਕੇਸ਼ਨ ਆਫ ਫੂਡ, ਟ੍ਰਾਂਸਲੋਕੇਸ਼ਨ ਆਫ ਫੂਡ। ਤਾਂ ਇਹਨੂੰ ਟ੍ਰਾਂਸਲੋਕੇਸ਼ਨ ਆਫ ਫੂਡ ਵੀ ਕਿਹਾ ਜਾਂਦਾ ਹੈ, ਤੁਸੀਂ ਯਾਦ ਰੱਖਣਾ ਹੈ। ਪਰ ਤੁਸੀਂ ਜਾइलम ਵਾਲਾ ਮੈਨੂੰ ਦੱਸਣਾ ਅੰਗਰੇਜ਼ੀ ਦੇ ਵਿੱਚ ਉਹਨੂੰ ਕੀ ਕਹਾਂਗੇ, ਠੀਕ ਹੈ ਜੀ, ਨੋਟ ਕਰੋ। ਤਾਂ ਹੁਣ ਤੁਸੀਂ ਦੇਖੋ, ਅਸੀਂ ਦੇਖਿਆ ਕਿ ਪੌਦੇ ਜਿਹੜੇ ਨੇ ਆਪਣਾ ਭੋਜਨ ਆਪ ਬਣਾਉਂਦੇ ਨੇ, ਇਸ ਕਰਕੇ ਉਹਨਾਂ ਨੂੰ ਕੀ ਕਹਿੰਦੇ ਆ, ਪ੍ਰੋਡਿਊਸਰ ਜਾਂ ਉਤਪਾਦਕ। ਉਤਪਾਦਕ ਕੌਣ ਹੁੰਦਾ ਹੈ, ਚੀਜ਼ ਨੂੰ ਬਣਾਉਣ ਵਾਲਾ, ਤੇ ਇੱਥੇ ਕੌਣ ਸੀ ਭੋਜਨ ਬਣਾਉਣ ਵਾਲਾ, ਪੌਦੇ, ਠੀਕ ਹੈ ਜੀ। ਇਸ ਤੋਂ ਬਾਅਦ ਭੋਜਨ ਨੂੰ ਖਾਣ ਵਾਲੇ ਕੌਣ ਨੇ, ਭੋਜਨ ਨੂੰ ਖਾਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ, ਕੰਜ਼ਿਊਮਰਸ, ਕੰਜ਼ਿਊਮਰਸ, ਠੀਕ ਹੈ ਜੀ। ਅਗਰ ਪੰਜਾਬੀ ਦੀ ਗੱਲ ਕਰੀਏ ਤਾਂ ਕੀ ਬੋਲਾਂਗੇ, ਖਪਤਕਾਰ, ਖਪਤਕਾਰ, ਠੀਕ ਹੈ ਜੀ, ਖਪਤਕਾਰ ਬੋਲਾਂਗੇ ਉਹਨਾਂ ਨੂੰ ਕਿ ਜਿਹੜੇ ਭੋਜਨ ਨੂੰ ਖਾਂਦੇ ਹਨ, ਜਿਵੇਂ ਅਸੀਂ ਖਾਂਦੇ ਹਾਂ ਤੇ ਅਸੀਂ ਵੀ ਕੀ ਹਾਂ, ਕੰਜ਼ਿਊਮਰਸ। ਹੁਣ ਅਸੀਂ ਕੰਜ਼ਿਊਮਰ ਬਾਰੇ ਗੱਲ ਕਰਦੇ ਹਾਂ, ਕਿਹੜੇ ਕਿਹੜੇ ਤਰ੍ਹਾਂ ਦੇ ਕੰਜ਼ਿਊਮਰ ਹਨ। ਦੇਖੋ ਮੇਨ ਸਾਡੇ ਕੋਲ ਤਿੰਨ ਤਰ੍ਹਾਂ ਦੇ, ਪਹਿਲੇ ਕਿਹੜੇ ਨੇ, ਹਾਰਬੀਵੋਰਸ ਬੋਲਦੇ ਹਨ, ਕੀ ਬੋਲਦੇ ਹਨ, ਹਾਰਬੀਵੋਰਸ। ਦੂਜੇ ਕਿਹੜੇ ਹੁੰਦੇ ਹਨ ਸਾਡੇ ਕੋਲ, ਕਾਰਨੀਵੋਰਸ। ਕੋਈ ਨਾ ਘਬਰਾਓ ਨਾ, ਪੰਜਾਬੀ ਚ ਦੱਸੂ ਕੀ ਕਹਿੰਦੇ ਇਹਨਾਂ ਨੂੰ। ਤੀਜਾ
ओमनीवोर्स। ਤਾਂ ਹੁਣ ਦੇਖੋ ਜਿਹੜੇ ਹਾਰਬੀਵੋਰਸ ਨੇ, ਨਾਮ ਤੋਂ ਪਤਾ ਲੱਗੇਗਾ ਤੁਹਾਨੂੰ, ਹਾਰਬੀਵੋਰਸ ਦਾ ਮਤਲਬ ਹੈ ਸ਼ਾਕਾਹਾਰੀ, शाकाहारी। कार्निवोर्स मतलब मांसाहारी। ओमनीवोर्स मतलब सर्वभोगी। लो जी, पंजाबी च भी लिखता, अंग्रेजी च भी लिखता। शाकाहारी, मांसाहारी, सर्वभोगी। शाकाहारी अगर इंग्लिश की गल करिए हर्ब, हाव वर्ड लिखा, हाव का मतलब होंगे पत्ते, झाड़ियां, ठीक है, पौधों को खाने वाले। ਜਿਹੜੇ शाकाहारी होंगे हैं वो की ने, वो सिर्फ पौधों तो ਜਿਹੜਾ ਸਾਨੂੰ भोजन प्राप्त होंगे वो खाते हैं, जिमें सब्जियां हो गया या फल हो गए, ये सारी चीज़ां खाणगे कौन? शाकाहारी लोग, हार्बीवोर्स। तो इन्हां दे विच एग्जाम्पल देनी होवे असीं ते की देवांगे असीं? एग्जाम्पल दे विच गोट, डियर, है ना, अपने घर में बकरी है या बफेलो है, डियर है। डियर चलो घरे तो नहीं है, पर डियर भी की खाता है? घाह वगैरह खाते हैं, तो वह भी की ने? शाकाहारी ने। तो मांसाहारी कौन होएगा? जो मांस खाने वाला होएगा, जो मांस खाने वाला होएगा। जिमें कि कौन खा सकता है? एग्जाम्पल लॉयन, शेर खाता जी, शेर खाता सानू पता है। इस तो बाद लॉयन, टाइगर, ठीक है, ये सारे एक ही होंगे कार्निवोर्स। इस तो बाद तीजे होंगे सर्वभोगी, जिहड़े दोनों चीज़ां खा लेंगे। वो जिहड़े पौधे तो मिलने वाली चीज़ां वो भी खाणगे ते मांस भी खा सकते हैं, उन्होंने कहते हैं सर्वभोगी या ओमनीवोर्स। ठीक है, हुण देखो सर्व का मतलब क्या होता है? सारा कुछ। सर्व का मतलब सारा कुछ, भोगी मतलब ग्रहण करने वाला, सारा कुछ ग्रहण करते हो, सारा कुछ खाणगे। तो किहड़े किहड़े होणगे? एग्जाम्पल असीं लिखिए क्रो, जिवें कां है, साडे घरां दे विच कां हुंदे तो सारी चीज़ां खा सकते हैं। फोक्स है, तुसीं इहदे विच एग्जाम्पल कां ते लुंबड़ी दी दोनों दी एग्जाम्पल लिख सकते हो। ठीक है जी। तो हार्बीवोर्स, कार्निवोर्स, ओमनीवोर्स तुहानूं पता होने चाहिए। कंज्यूमर कितने तरह के? मेन 3 तरह के ने, हार्बीवोर्स, कार्निवोर्स, ओमनीवोर्स। हार्बीवोर होणगे जिहड़े शाकाहारी होणगे, कार्निवोर होणगे जिहड़े मांसाहारी, ओमनीवोर्स होणगे जिहड़े सर्वभोगी। नाम तो ही पता चल जाएगा तुहानूं, तो एग्जाम्पल तुहानूं याद करने की लोड़ नहीं है। जे तुहानूं नाम का मतलब क्लीयर है तो तुसीं अपने आप लिख सकते हो। तो तुहानूं एग्जाम्पल पूछी जा सकती है क्वेश्चन दे विच। ठीक है जी, कि मांसाहारी दे विच कौन हो सकता है, ये तुहानूं पता होना चाहिए। ओमनीवोर्स दे कौन हो सकता है? देखो आ दोनों का तो पता होंदा हर एक नूं। मेन किहदे ते क्वेश्चन बन सकता है? ओमनीवोर्स दे। ठीक है, कि किहड़े होणगे? तो सर्वभोगी ये याद रखना है, दिमाग च बिठा लो अपने। चलो जी अगे। हुण साडे कोल आउंदा है एक न्यूट्रीशन टॉपिक। किहड़ा आउंदा है? न्यूट्रीशन टॉपिक है साडा न्यूट्रीशन। न्यूट्रीशन का मतलब पोषण, पंजाबी च की बोलते हैं इन्हू? पोषण। पोषण की है या न्यूट्रीशन की है? तो देखो तो एक अजिही क्रिया है या अजिहा प्रोसैस है जिहदे विच असीं भोजन तो वो चीज़ां प्राप्त करते हैं जिहड़ियां साडे शरीर लई लोड़ींदियां हन। तो ये प्रोसैस है जिहदे राहीं साडे शरीर नूं लोड़ींदे तत्त मिलते हैं ग्रोथ करन लई। तो ये प्रोसैस है न्यूट्रीशन। ठीक है जी। हुण न्यूट्रीशन देखते हैं असीं किस किस तरह का है। तो सानूं न्यूट्रीशन दे विच की चीज़ां चाहिदियां हन वो देखते हैं। सब तो पहले देखो साडे कोल प्रोटीन्स, फैट्स, कार्बोहाइड्रेट्स, मिनरल्स,
विटामिन्स, फाइबर्स। ਤਾਂ ਮੇਨ ਆਹ ਚੀਜ਼ਾਂ ਸਾਡੇ ਸਰੀਰ ਲਈ ਲੋੜੀਂਦੀਆਂ ਹਨ। ਜੇ ਸਾਡੇ ਸਰੀਰ ਨੂੰ ਸਾਰੀ ਚੀਜ਼ਾਂ ਮਿਲ ਰਹੀਆਂ ਹਨ ਤਾਂ ਮਤਲਬ ਕੀ ਹੈ ਕਿ ਸਾਨੂੰ ਸਾਡਾ ਪੋਸ਼ਣ ਬਿਲਕੁਲ ਸਹੀ ਹੋ ਰਿਹਾ ਹੈ। ਜਿਹੜਾ ਅਸੀਂ ਭੋਜਨ ਖਾ ਰਹੇ ਹਾਂ ਉਸ ਦੇ ਵਿੱਚ ਅਗਰ ਇਹ ਸਾਰੀਆਂ ਚੀਜ਼ਾਂ ਇੱਕ ਸਹੀ ਮਾਤਰਾ ਦੇ ਵਿੱਚ ਮੌਜੂਦ ਹਨ ਤਾਂ ਅਸੀਂ ਕੀ ਬੋਲਾਂਗੇ ਕਿ ਸਾਨੂੰ ਨਿਊਟ੍ਰੀਸ਼ਨ ਮਿਲ ਰਿਹਾ ਹੈ। ਸੌਰੀ। ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਾਰਬੋਹਾਈਡਰੇਟ ਬਾਰੇ। ਆ ਜਾਓ ਮੇਰੇ ਨਾਲ। ਕਾਰਬੋਹਾਈਡਰੇਟ ਦੇ ਸੋਰਸ ਵੇਖਾਂਗੇ, ਸਰੋਤ ਕੀ ਹਨ ਤੇ ਕਿਸ ਤਰ੍ਹਾਂ ਦਾ ਹੁੰਦਾ ਹੈ ਕਾਰਬੋਹਾਈਡਰੇਟ, ਕੰਮ ਕੀ ਹੁੰਦਾ ਹੈ ਇਸ ਦਾ ਸਾਡੇ ਭੋਜਨ ਦੇ ਵਿੱਚ। ਆ ਜਾਓ। ਇਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਦੇ ਹਾਂ। ਜਿਹੜੇ ਸਾਡਾ ਪੋਸ਼ਣ ਹੈ, ਮੈਂ ਤੱਤਾਂ ਦਾ ਵਰਗੀਕਰਨ ਕਰਨਾ ਚਾਹੂੰਗਾ। ਇਹ ਕੀ ਨੇ? ਸਾਡੇ ਭੋਜਨ ਦੇ ਤੱਤ ਨੇ। ਭੋਜਨ ਦੇ ਤੱਤ, ਠੀਕ ਹੈ, ਜਾਂ ਭੋਜਨ ਦੇ ਅੰਸ਼ ਵੀ ਕਹਿ ਸਕਦੇ ਹੋ ਤੁਸੀਂ, ਜਾਂ ਇੰਗਲਿਸ਼ ਕੀ ਬੋਲਦੇ हैं ਇਹਨੂੰ? ਕੰਪੋਨੈਂਟਸ ਆਫ ਫੂਡ। ਕੰਪੋਨੈਂਟਸ ਆਫ ਫੂਡ। ਦੇਖੋ ਮੈਂ ਪੰਜਾਬੀ ਦੇ ਵਿੱਚ ਪਹਿਲੀ ਵਾਰ ਵੀਡੀਓ ਬਣਾ ਰਿਹਾ, ਇਸ ਲਈ ਥੋੜੀ ਜਿਹੀ ਦਿੱਕਤ ਪਰੇਸ਼ਾਨੀ ਆਉਂਦੀ ਹੈ। ਹੌਲੀ ਹੌਲੀ ਇਸ ਨੂੰ ਵੀ ਓਵਰਕਮ ਕਰਾਂਗੇ ਤਾਂ ਮੇਰਾ ਸਹਿਯੋਗ ਜ਼ਰੂਰ ਦੇਣਾ ਤੁਸੀਂ। ਭੋਜਨ ਦੇ ਤੱਤ ਤੇ ਕੰਪੋਨੈਂਟਸ ਆਫ ਫੂਡ ਤਾਂ ਆਪਾਂ ਦੇਖਦੇ ਹਾਂ। ਹੁਣ ਇਹਨਾਂ ਦੇ ਵਿੱਚ ਭੋਜਨ ਦੇ ਤੱਤਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ। ਇੱਕ ਤਾਂ ਕਿਹੜੇ? ਮੈਕਰੋ ਨਿਊਟ੍ਰੀਐਂਟਸ। मैक्रो न्यूट्रिएंट्स। न्यूट्रिएंट्स मतलब तत्व, तत्व, ठीक है। दूजे माइक्रो न्यूट्रिएंट्स। माइक्रो न्यूट्रिएंट्स। मैक्रो का मतलब की होएगा? मैक्रो मीन्स वड्डे, वड्डे तत्व केड़े होणगे दसदे हैं। माइक्रो मीन्स छोटे तत्व केड़े होणगे वो भी देखते हैं असीं। तां ਤੁਸੀਂ ਮੈਕਰੋ ਦੇ ਵਿੱਚ ਲਿਖ ਸਕਦੇ ਹੋ ਕਿਹੜੇ ਕਿਹੜੇ? ਮੈਕਰੋ ਦੇ ਵਿੱਚ ਲਿਖ ਲਓ ਐਗਜ਼ਾਮਪਲ ਦੇ ਕੇ, ਕਾਰਬੋਹਾਈਡਰੇਟ, ਕਾਰਬੋਹਾਈਡਰੇਟਸ, ठीक है जी, प्रोटीन्स एंड फैट्स लिख लो। आ वाले केड़े ने? मैक्रो न्यूट्रिएंट्स। माइक्रो केड़े होणगे? ਤਾਂ ਮੇਨਲੀ ਵਿਟਾਮਿਨਸ ਤੇ ਮਿਨਰਲਸ। ਵਿਟਾਮਿਨਸ ਤੇ ਮਿਨਰਲਸ ਕੀ ਹੋਣਗੇ ਤੁਹਾਡੇ ਕੋਲ? ਮਾਈਕਰੋ ਨਿਊਟ੍ਰੀਐਂਟਸ, ਠੀਕ ਹੈ ਜੀ। ਹੁਣ ਮਿਨਰਲਸ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ? ਵਿਟਾਮਿਨ ਨੂੰ ਤਾਂ ਵਿਟਾਮਿਨ ਹੀ ਕਹਿੰਦੇ ਆ। ਮਿਨਰਲਸ ਨੂੰ ਕੀ ਕਹਿੰਦੇ ਆ? ਖਣਿਜ, ਖਣਿਜ ਪਦਾਰਥ, ਠੀਕ ਹੈ ਜੀ, ਖਣਿਜ। ਤੇ ਤੁਸੀਂ ਲਿਖ ਲੈਣਾ ਹੈ ਕਾਰਬੋਹਾਈਡਰੇਟ ਨੂੰ ਕਾਰਬੋਹਾਈਡਰੇਟ ਹੀ ਕਹਿੰਦੇ ਆ, ਪ੍ਰੋਟੀਨ ਨੂੰ ਪ੍ਰੋਟੀਨ ਕਹਿੰਦੇ ਆ, ਫੈਟਸ ਨੂੰ ਚਰਬੀ ਕਹਿੰਦੇ ਆ। फैट ਨੂੰ ਕੀ ਕਹਿੰਦੇ ਆ? ਚਰਬੀ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲਓ। ਤਾਂ ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਾਰਬੋਹਾਈਡਰੇਟਸ ਬਾਰੇ। ਤਾਂ ਕਾਰਬੋਹਾਈਡਰੇਟਸ ਕੀ ਹਨ? ਤਾਂ ਤੁਸੀਂ ਲਿਖ ਸਕਦੇ ਹੋ એનર્ਜੀ ਗਿਵਿੰਗ ਫੂਡ। ਇਹਨਾਂ ਤੋਂ ਕੀ ਮਿਲਦੀ ਹੈ? એનર્ਜੀ, એનર્ਜੀ ਗਿਵਿੰਗ ਫੂਡਸ, ਠੀਕ ਹੈ। ਜਿਨ੍ਹਾਂ ਤੋਂ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ। એનર્ਜੀ मतलब ਊਰਜਾ। ਸਾਡੇ ਸਰੀਰ ਨੂੰ ਕੀ ਦੇਣਗੇ? ਊਰਜਾ ਦੇਣਗੇ। ਕਾਰਬੋਹਾਈਡਰੇਟਸ ਉਹ ਹਨ, ਠੀਕ ਹੈ ਜੀ। ਜਿਵੇਂ ਕਿ ਕਾਰਬੋਹਾਈਡਰੇਟ ਦੇ ਸੋਰਸ ਲਿਖ ਲਓ ਤੁਸੀਂ, ਸਰੋਤ, ਪੰਜਾਬੀ ਚ ਲਿਖ ਲਓ ਸਰੋਤ। ਜਿਵੇਂ ਰਾਈਸ मतलब कि चावल, और पोटैटो आलू, ठीक है जी। और की लिख सकते हो? स्वीट पोटैटो। स्वीट पोटैटो मतलब शक्करकंदी।
ਹੁਣ मैं कई ਥਾਵਾਂ ਤੇ ਦੇਖਿਆ ਇਸ ਸ਼ੱਕਰਕੰਦੀ ਨੂੰ ਕੋਈ ਬੋਲੇਗਾ ਸ਼ੱਕਰ ਗੰਦੀ, ਉਹ ਬਈ ਗੰਦੀ ਥੋੜੀ ਹੈ। ਕੋਈ ਬੋਲੇਗਾ ਇਹਨੂੰ ਸ਼ੱਕਰ ਗੰਜੀ, ਤੁਹਾਨੂੰ ਸੁਣਨ ਨੂੰ ਮਿਲੇਗਾ ਜ਼ਰੂਰ, ਪਰ ਸ਼ੱਕਰਕੰਦੀ, ਠੀਕ ਹੈ, ਇਸ ਦਾ ਸਹੀ ਨਾਮ ਲੈਣਾ ਤੁਸੀਂ। ਸਵੀਟ ਪੋਟੈਟੋ ਹੈ। ਇਸ ਤੋਂ ਬਾਅਦ ਪਪੀਤਾ, ਪਪੀਤਾ ਵੀ ਲਿਖ ਸਕਦੇ ਹੋ, ਪਪਾਇਆ, मैंगो ਜਿਹਨੂੰ ਆਪਾਂ ਕਹਿੰਦੇ ਅੰਬ। ਤਾਂ ਇਹਨਾਂ ਫੂਡ ਤੋਂ ਸਾਨੂੰ ਕੀ ਮਿਲਦਾ ਹੈ? ਕਾਰਬੋਹਾਈਡਰੇਟ। ਤੁਸੀਂ ਜਦੋਂ ਵੀ ਦੇਖੋਗੇ ਚਾਵਲ ਖਾ ਕੇ ਤੁਹਾਨੂੰ એનર્ਜੀ ਮਿਲੇਗੀ, ਆਲੂ ਖਾ ਕੇ ਵੀ ਤੁਹਾਨੂੰ। ਹੁਣ ਕਈ ਲੋਕ ਨਾ ਜਿਮ ਜਾਣ ਤੋਂ ਪਹਿਲਾਂ ਸਿਰਫ ਆਲੂ ਖਾਂਦੇ ਆ ਥੋੜੇ ਬਹੁਤ, ਤਾਂ ਕਿ ਉਹ ਐਸਾ ਪ੍ਰੀ ਵਰਕਆਊਟ ਮੀਲ ਲੈਂਦੇ ਆ ਕਿ ਵਰਕਆਊਟ ਕਰਨ ਤੋਂ ਪਹਿਲਾਂ ਉਹ ਜਿਹੜੀ ਮੀਲ ਲੈ ਰਹੇ ਉਹਦੇ ਵਿੱਚ ਆਲੂ ਥੋੜਾ ਜਿਹਾ ਲੈਂਦੇ ਹੈ ਤਾਂ ਕਿ ਉਹਨਾਂ ਦੇ ਬੋਡੀ ਦੇ ਵਿੱਚ એનર્ਜੀ ਬਣੀ ਰਹੇ, ਠੀਕ ਹੈ ਜੀ। ਸਵੀਟ ਪੋਟੈਟੋ, ਸ਼ੱਕਰਕੰਦੀ ਖਾਂਦੇ ਕਈ ਲੋਕ, ਪਪੀਤਾ, ਮੈਂਗੋ, ਇਹ ਸਾਰੀਆਂ ਚੀਜ਼ਾਂ ਖਾਂਦੇ। ਹੁਣ ਅਸੀਂ ਦੇਖਾਂਗੇ ਕਾਰਬੋਹਾਈਡਰੇਟ ਕਿੰਨੇ ਤਰ੍ਹਾਂ ਦੇ ਹਨ, ਤੁਸੀਂ ਪਹਿਲਾਂ ਨੋਟ ਕਰ ਲਓ। ਤਾਂ ਮੇਨਲੀ ਸਾਡੇ ਕੋਲ ਕਾਰਬੋਹਾਈਡਰੇਟ ਜਿਹੜੇ ਨੇ ਉਹ ਅਸੀਂ 5 ਤਰ੍ਹਾਂ ਦੇ ਪੜ੍ਹਦੇ ਹਾਂ, ਠੀਕ ਹੈ। ਹਰ ਇੱਕ ਦਾ ਡਿਟੇਲ ਨਹੀਂ ਪੜ੍ਹ ਰਹੇ ਕਿਉਂਕਿ ਸਾਨੂੰ ਜ਼ਰੂਰਤ ਨਹੀਂ ਇੰਨੀ ਡਿਟੇਲ। ਸਭ ਤੋਂ ਪਹਿਲਾਂ ਅਸੀਂ ਜੋ ਪੜ੍ਹ ਰਹੇ ਹਾਂ ਉਹ ਹੈ ਸਾਡੇ ਕੋਲ ਮੋਨੋਸੈਕਰਾਈਡਸ, ਦੂਜੇ ਕਿਹੜੇ ਹੋਣਗੇ? ਡਾਈਸੈਕਰਾਈਡਸ, ਤੀਜੇ ਕਿਹੜੇ ਹੋਣਗੇ ਸਾਡੇ ਕੋਲ? ओलिगोसैकेराइड्स, चौथे किहड़े होणगे? पॉलीसैकेराइड्स, पंजवें किहड़े होणगे? न्यूक्लियोटाइड्स। तो साडे कोल इन्ने तरह दे मेनली कार्बोहाइड्रेट्स ने। मोनो वर्ड का मतलब होंगे सिंगल, सैकराइड वर्ड आया मतलब उत्ते जी शुगर लग गया। सैकराइड मतलब शुगर, शुगर मतलब ये नहीं बीमारी, खंड, ठीक है। हुण सर खंड शरीर च, हाँ जी, खंड खाने उदों भी की मिलती है, तुहानूं एनर्जी मिलती है। तो सैकराइड वर्ड का मीनिंग साइंस दे विच की होएगा? इत्थे मेनली शुगर, शुगर मोलीक्यूल्स होणगे विच, ठीक है जी। तो आप देखते हैं तो की हो सकता है? ग्लूकोज, पहले में की हो सकता है? ग्लूकोज, फ्रक्टोज या ग्लैक्टोज, ठीक है जी। ग्लूकोज, फ्रक्टोज या ग्लैक्टोज, ये सारे की ने टाइप्स ऑफ शुगर्स ने। शुगर किहड़े किहड़े तरह दी देखो, ग्लूकोज, फ्रक्टोज, ग्लैक्टोज, ठीक है। ओज वर्ड आ रहा है ना पिछे, जिथे भी ओज वर्ड आएगा मतलब एक ही है, शुगर है इत्थे, ठीक है जी। ग्लूकोज पीने हैं ना, जदों गर्मियां होंदियां उदों की लैंदे आपां? ग्लूकोज लैंदे कि सानूं एनर्जी मिले, तो वही चीज़ है, ठीक है। तो आप देखते हैं डाइसैकराइड दे विच की होएगा? ये किहड़ी-किहड़ी एग्जांपल दे सकते हो डाइसैकराइड दे विच तुसीं? सुक्रोज या फिर तुसीं दे सकते हो लैक्टोज। हुण आपां देखांगे सुक्रोज दे विच की कुछ है। तो इहदे विच की है? ग्लूकोज प्लस फ्रक्टोज। मैं इन्हां दी शॉर्ट फॉर्म लिख रहा, ग्लूकोज एंड फ्रक्टोज। दूजे च की होएगा साडे कोल? ग्लूकोज प्लस ग्लैक्टोज, ठीक है जी। तां सुक्रोज च की होएगा? ग्लूकोज प्लस फ्रक्टोज। लैक्टोज च की होएगा? ग्लूकोज प्लस ग्लैक्टोज। ये तुसी ध्यान नाल नोट कर लेना है। उस तो बाद मेन साडे कोल इन्हां बारे ही पढ़ना हुंदा सी, मोनोसैकेराइड ते डाइसैकेराइड। इन्हां बारे असीं नहीं पढ़ना हुंदा। वैसे पॉलीसैकेराइड का मतलब हुंदा जिहदे विच बहुत सारे शुगर मॉलिक्यूल्स होण, बहुत सारी शुगर्स अटैच होण, वो की होएगा? पॉलीसैकेराइड। तुहानूं बस तीन दा पता होना चाहिए, मेन मोनोसैकेराइड, डाइसैकेराइड ते पॉलीसैकेराइड। इन्हां बारे पता होना चाहिए तुहानूं।
ਤੁਸੀਂ ਇਹਦੇ ਵਿੱਚ ਇੱਕ ਹੋਰ ਲਿਖ ਸਕਦੇ ਹੋ ਲੈਕਟੋਜ਼ ਦੇ ਨਾਲ ਡਾਈਸੈਕਰਾਈਡ ਦੇ ਵਿੱਚ ਮਾਲਟੋਜ਼, ਕਿਹੜੇ ਲਿਖ ਸਕਦੇ ਹੋ, ਮਾਲਟੋਜ਼ ਵੀ ਲਿਖ ਸਕਦੇ ਹੋ। ਤਾਂ ਮਾਲਟੋਜ਼ ਕੀ ਹੋਏਗਾ, ग्लूकोज प्लस ग्लूकोज, ठीक है जी। आ कुछ होएगा ग्लूकोज प्लस ग्लूकोज तो माल्टोज बन जाएगी। तो ये तुसी याद रखना है, अलग अलग तरह की शुगर है, जे जुड़ रही है तो की बना रही सुक्रोज, आ जुड़ रही है तो लैक्टोज, आ जुड़ रहा है तो माल्टोज। तो ये तुसी मेन याद रखना है किस किस तरह की है। ये कार्बोहाइड्रेट्स ने मेन 5 तरह के ने, तुसी इन्हां दे नाम याद करने हैं जस्ट, ते जिहड़े मैं लिखाए है वही तुसी सिर्फ याद करने हैं, उस तो बाद तुहानूं नहीं पूछा जा सकता। हुण असीं गल करते हैं प्रोटीन्स बारे, इहदे बारे प्रोटीन्स। बहुत ही मुढ़ली चीज़ भोजन दे विच प्रोटीन्स होना, क्योंकि प्रोटीन्स नूं होर की कहंदे हन, बिल्डिंग ब्लॉक्स ऑफ द बॉडी कह लो या फिर मसल्स। तुसी देखिया ना जिम वालियां दे बहुत बड़े बड़े मसल्स बन जाते, बाइसेप ट्राइसेप चेस्ट, है ना, किद्दां बन जाते हैं, सारे खादे नाल बनते हैं प्रोटीन्स नाल। इसे करके बिल्डिंग ब्लॉक्स ऑफ द बॉडी मसल्स, बिल्डिंग मतलब बनाना, मसल्स नूं बनाउण वाले की ने आ छोटियां छोटियां इकाइयां ने, उन्होंने की कहते हैं प्रोटीन्स, ठीक है जी। हुण प्रोटीन दी साडे कोल किहड़ियां टाइप हन, देखो जिहड़े तुसीं नाम याद करने हैं, प्राइमरी, सेकेंडरी, थर्ड वन इज टर्शरी, चौथा किहड़ा है तुहाडे कोल क्वाटरनरी, ठीक है जी। तो तुसीं आ वाले नाम याद कर लेने हैं, प्राइमरी, सेकेंडरी, टर्शरी, क्वाटरनरी, ठीक है जी। इस तो बाद साडे कोल सोर्स की ने प्रोटीन दे, सोर्सेस या कह लो स्रोत की हन प्रोटीन दे। तो किहड़ी किहड़ी चीज़ों तो प्रोटीन मिलेगा, लिख लो, जिद्दां कि एग्स, अंडे, ठीक है जी, पंजाबी च भी लिख देना अंडे, होर दुध, मिल्क, मिल्क लिख लो, दुध, होर दालां हो गई, पनीर हो गया, दाल लिख लो, ठीक है जी, पनीर लिख लो। इन्हां सारिਆਂ की मिलेगा तुहानूं, या चने लिख लो, सारिਆਂ की मिलेगा तुहानूं हौली हौली की मिलता रहता है, हमेशा प्रोटीन्स मिलते रहते हैं। मिल्क तो किहड़ा प्रोटीन मिलता है, कई बार बहुत इंपॉर्टेंट है, पूछा जा सकता है मिल्क च किहड़ा प्रोटीन हुंदा, तो नाम लिख लो। पंजाबी च की बोलते हैं इनू, केसिन, केसिन की बोलते हैं। इस प्रोटीन का नाम की है, जिहड़ा सानू दुध तो मिलता है, केसिन प्रोटीन मिलता है सानू दुध तो। ते तुसी नाम याद रख लेना, बहुत इंपॉर्टेंट क्वेश्चन है ये ध्यान नाल देख लियो। हुण अगे गल करते हैं, हुण देखेंगे प्रोटीन्स किस चीज़ तो बनते हैं। तो प्रोटीन्स बनते हैं साडे कोल, इंग्लिश लिखदा हां अमाइनो एसिड्स, या कह लो पंजाबी दे विच की लिखदे हैं इनू, अमीनो एसिड, ठीक है जी। अमीनो एसिड तो साडे की बनते हैं प्रोटीन्स। अमीनो एसिड थोड़े थोड़े जुड़ते हैं इदां, जिवें मान लो एक अमीनो एसिड है, इधर दूजा जुड़ गया, फिर तीजा जुड़ गया, इदां आपस में जुड़ते जाते हैं तो की बन जाता है, प्रोटीन बन जाता है, ठीक है जी। तो कई बार क्वेश्चन ये भी पूछ लिया जाता है, जो प्रोटीन टुटता है, जो प्रोटीन टुटता है तो काहदे विच टुटता है, तो तुसीं की लिखोगे, अमीनो एसिड दे विच टुटता है। ये भी क्वेश्चन आ सकता है। तो ये भी आ सकता है कि अमीनो एसिड जुड़ के की बनता है,
ਅਮੀਨੋ ਐਸਿਡਸ ਜੁੜ ਕੇ ਕੀ ਬਣਾਉਂਦੇ ਹਨ? ਤੇ ਕੀ ਬਣਾਉਂਦੇ ਹਨ? ਪ੍ਰੋਟੀਨਸ ਬਣਾਉਂਦੇ ਹਨ। ਠੀਕ ਹੈ ਜੀ। ਹੁਣ ਦੇਖਦੇ ਹਾਂ ਤਾਂ ਤੁਸੀਂ ਦੇਖਿਆ ਹੁਣ ਜਿਮ ਵਾਲੇ ਨਾ ਪ੍ਰੋਟੀਨ ਲੈਂਦੇ ਹਨ, ਨਾਲ ਕੀ ਲੈਂਦੇ ਹਨ? ਅਮਾਈਨੋ ਐਸਿਡਸ, ਹੈਨਾ, ਜਿਹਦੇ ਵਿੱਚ ਕੀ ਲੈਂਦੇ ਹਨ? BCA, BCAA, ਹੈਨਾ। BCAA ਦੀ ਫੁੱਲ ਫਾਰਮ ਕੀ ਹੈ? ਬ੍ਰਾਂਚ ਚੇਨ अमीनो एसिड्स, ब्रांच चेन अमीनो एसिड्स ਇਹਦੀ फुल फॉर्म है। ਹੁਣ ਅਮੀਨੋ ਐਸਿਡ ਸਾਡੀ ਨਾ ਬੋਡੀ ਦੇ ਵਿੱਚ ਵੀ ਬਣਦੇ ਹਨ, ਸਾਡੀ ਬੋਡੀ ਦੇ ਵਿੱਚ ਵੀ ਬਣਦੇ ਹਨ, ਕੁਝ ਸਾਨੂੰ ਬਾਹਰੋਂ ਲੈਣੇ ਪੈਂਦੇ ਹਨ। ਜਿਹੜੀ ਸਾਡੀ ਬੋਡੀ ਨਹੀਂ ਬਣਾ ਸਕਦੀ ਉਹ ਸਾਨੂੰ ਬਾਹਰੋਂ ਲੈਣੇ ਪੈਂਦੇ ਹਨ ਬਣਾਵਟੀ ਤੌਰ ਤੇ। ਠੀਕ ਹੈ ਜੀ। ਜਿਹੜੇ ਕੁਦਰਤੀ ਸਾਡੀ ਬੋਡੀ ਬਣਾਉਂਦੀ ਹੈ, ਸਰੀਰ ਬਣਾਉਂਦਾ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਨੋਨ essential अमाइनो एसिड्स। मैं डबल ए लिख रहा अमाइनो एसिड्स में। ठीक है जी। या पंजाबी च कह लो गैर जरूरी अमाइनो एसिड्स। ठीक है जी। ਜਿਹੜੇ ਸਾਨੂੰ ਬਾਹਰੋਂ ਲੈਣੇ ਪੈਂਦੇ ਹਨ, ਜਿਹੜੇ ਸਾਨੂੰ ਸਾਡੀ ਬੋਡੀ ਵਿੱਚ ਨਹੀਂ ਬਣਦੇ, ਉਹ ਕਿਹੜੇ ਹਨ? ਉਹ ਹਨ essential अमाइनो एसिड्स। ਤਾਂ ਤੁਸੀਂ ਫੋਕਸ ਕਿਹੜੇ ਤੇ ਕਰਨਾ ਹੈ? ਐਸੈਂਸ਼ੀਅਲ ਵਾਲੇ ਤੇ। ਕਿਹੜੇ ਤੇ ਫੋਕਸ ਕਰਨਾ ਹੈ? ਐਸੈਂਸ਼ੀਅਲ ਵਾਲੇ ਤੇ। ਕਿਉਂਕਿ ਸਾਡਾ ਸਰੀਰ ਇਹ ਨਹੀਂ ਬਣਾਉਂਦਾ। ਸਾਡੇ ਸਰੀਰ ਨੂੰ ਕੰਮ ਕਰਨ ਲਈ ਲਗਭਗ ਸਹੀ ਤਰ੍ਹਾਂ ਕੰਮ ਤਰੀਕੇ ਨਾਲ ਕੰਮ ਕਰਨ ਲਈ 20 ਅਮਾਈਨੋ ਐਸਿਡ ਚਾਹੀਦੇ ਹਨ। ਕਿੰਨੇ ਚਾਹੀਦੇ ਹਨ? 20 ਅਮਾਈਨੋ ਐਸਿਡ ਸਾਡੇ ਸਰੀਰ ਨੂੰ ਚਾਹੀਦੇ ਹਨ, ਜਿਨ੍ਹਾਂ ਦੇ ਵਿੱਚੋਂ 9 ਤਾਂ ਅਸੀਂ ਬਾਹਰੋਂ ਲੈਂਦੇ ਹਾਂ। ਬਣਾਵਟੀ ਤੌਰ ਤੇ ਅਸੀਂ ਕਿਹੜੇ ਲੈਂਦੇ ਹਾਂ? 9 ਲੈਂਦੇ ਹਾਂ, ਜਿਨ੍ਹਾਂ ਨੂੰ ਅਸੀਂ ਕਿਹੜੇ ਕਹਿੰਦੇ ਹਾਂ? ਐਸੈਂਸ਼ੀਅਲ ਅਮਾਈਨੋ ਐਸਿਡਸ। ਤੇ ਬਣਦੇ ਕਿੰਨੇ ਹਨ ਫਿਰ ਸਾਡੇ ਸਰੀਰ 'ਚ? 11। ਕਿੰਨੇ ਬਣਨਗੇ? 20 ਦੇ ਵਿੱਚੋਂ 9 ਗਏ ਤੇ ਪਿੱਛੇ ਕਿੰਨੇ ਬਚੇ? 11। ਤੇ 11 ਸਾਡਾ ਸਰੀਰ ਬਣਾਉਂਦਾ ਹੈ ਤੇ 9 ਅਸੀਂ ਬਾਹਰੋਂ ਲੈਂਦੇ ਹਾਂ। ਜਿਹੜੇ 9 ਹਨ ਉਹਨਾਂ ਦੇ ਤੁਹਾਨੂੰ ਮੈਂ ਨਾਮ ਦੱਸਦਾ ਹਾਂ, ਤੁਸੀਂ ਨੋਟ ਕਰ ਲੈਣੇ ਹੁਣੇ। तो इतने लिख लो हेडिंग एसेंशियल अमाइनो एसिड्स। ठीक है जी। एसेंशियल अमाइनो एसिड्स किहड़े किहड़े ने? तां हुण तुसीं देखो, पहला हैगा साडे कोल हिस्टीडीन, ल्यूसीन, आइसोल्यूसीन, लाइसीन, वैलीन, ट्रिप्टोफैन। ठीक है जी। हिस्टीडीन, ल्यूसीन, आइसोल्यूसीन, लाइसीन, वैलीन, ट्रिप्टोफैन, मिथ्योनीन, फिनाइल एलानीन। देखो जी, इन्हां दा पंजाबी दे विच कोई नाम नहीं है, इन्हां तुहानूं इदां ही याद करना पैना है कि सर तुसीं पंजाबी च क्यों नहीं दस रहे। इन्हां दा पंजाबी च कोई नाम नहीं है जी, इसे तरह ही बोलिया जाता है इन्हां नूं। किन्ने हो गए? 1 2 3 4 5 6 1 2 3 4 5 6 7 8 हो गए। एक रह गया जी साडा थ्रियोनिन। किहड़ा रह गया? थ्रियोनिन। ठीक है, थ्रियोनिन। तो तुसीं याद कितना रखोगे? देखो, पहला ना हिस्टीडीन याद रह जाएगा। कितना याद रहेगा? HP। इत्थे की है? फिनाइल एलानीन। आ की है? फिनाइल एलानीन। तो तुसीं याद रखो HP, हिस्टीडीन, फिनाइल एलानीन। उस तो बाद की ने? ल्यूसीन। ल्यूसीन है, अगला भी ल्यूसीन है, पर उसके नाल की लग गया? आइसो। तो 2 आ हो गए। ल्यूसीन के नाम दा नाल दा ही तीजा किहड़ा? लाइसीन। ल्यूसीन, आइसोल्यूसीन ते तीजा किहड़ा? लाइसीन। आ तीन याद तुहानूं ऑटोमैटिकली हो जाणगे। एक दे नाल ल्यूसीन है, दूजे नाल की लग गया? आइसो वर्ड लग गया सिर्फ।
ਤੀਜਾ ਕਿਹੜਾ ਹੈ? ਲਾਈਸੀਨ। ਉਸ ਤੋਂ ਬਾਅਦ ਰਹਿ ਕਿਹੜੇ ਗਏ? ਨਾਮ याद रख लो M तो, ठीक है, M आ गया। उस तो बाद VT, ठीक है जी। तो HPMVT या तुसी याद रख लो HPTVM, जिदा तुहानू चंगा लगे उदा याद रख लो, ठीक है जी। तो इस तरह तुसी याद रख सकते हो HPMVT की। इस दी तुसी कोई भी ट्रिक बना के याद रख सकते हो इनू। मैं तो जो भी तुहानू दस रहा उस तो भी वधिया तुसी रख सकते हो। आई नो। तो देखो HP मतलब हिस्टीडीन, P मतलब फिनाइलएलेनिन, M मतलब मिथोनिन, V मतलब वैलिन, T मतलब ट्रिप्टोफैन, ठीक है जी। रह गए कि ल्यूसिन, आइसोल्यूसिन, लाइसिन। बस कहानी खत्म होगी। तो इस तरह तुसी आ वाले 9 जिहड़े है याद रख सकते हो। इस तो इलावा ਜਿਹੜੇ ਤੁਹਾਡੇ ਕੋਲ ਕੁਝ ਨੋਨ ਐਸੈਂਸ਼ੀਅਲ ਨੇ, ਉਹਨਾਂ ਇੱਕ ਦੋ ਦੇ ਨਾਮ ਮੈਂ ਤੁਹਾਨੂੰ ਲਿਖ ਕੇ ਦੱਸ ਦਿੰਦਾ ਕਿਹੜੇ ਕਿਹੜੇ ਨੇ। ਜਿੱਦਾਂ ਕਿ ਜਿਹੜੇ ਨੋਨ ਐਸੈਂਸ਼ੀਅਲ ਹਨ ਉਹ ਸਾਰੇ ਯਾਦ ਕਰਨ ਦੀ ਲੋੜ ਨਹੀਂ ਹੈ। ਕਿਉਂ ਲੋੜ ਨਹੀਂ ਹੈ? ਉਹਦਾ ਵੀ ਰੀਜ਼ਨ ਹੈ, ਕਿਉਂਕਿ ਤੁਹਾਡਾ ਪੇਪਰ ਜਿਹੜਾ ਹੈ MCQ ਆਉਣਾ ਹੈ। ਤਾਂ ਇਹਨਾਂ 9 ਤੋਂ ਇਲਾਵਾ ਜਿਹੜਾ ਵੀ ਆਏਗਾ ਉਹ ਕਿਹੜਾ ਹੋਏਗਾ? ਨੋਨ ਐਸੈਂਸ਼ੀਅਲ। ਤਾਂ ਉਹ ਯਾਦ ਕਰਨ ਦੀ ਜ਼ਰੂਰਤ नहीं है, ठीक है। वो तुहानू ऑटोमैटिकली पता लग जाना है जे तुहानू आ वाले याद ने तो जे उत्थे आ गया नॉन एसेंशियल किहड़ा है तुहानू ऑटोमैटिकली पता लग जाएगा। एसेंशियल आ गया तां भी पता लग जाएगा जेडे नॉन ने। ये भी आ सकता है कि गिनती कितनी हुंदी है एसेंशियल अमाइनो एसिड दी, तो 9, नॉन एसेंशियल दी 11। ये भी याद रखो। नॉन एसेंशियल दी जिवें कि अस्पार्टिक एसिड, ठीक है जी, अस्पार्टिक एसिड, ग्लूटामिक एसिड। तो तुसी एक दो ये भी याद रख लेने हैं, अस्पार्टिक एसिड ते ग्लूटामिक एसिड। ये तुहाडा प्रोटीन दा पार्ट सी। प्रोटीन की हुंदे हन? तुहाडी बॉडी नूं शेप दिंदे हन। जिहड़ी तुहाडी बॉडी दी शेप दिख रही है ना, उंगलां दी शेप है, फेस दी है, बाइसेप दी, ट्राइसेप दी, या कह लो चैस्ट दी, लैग्स दी, जिन्नी भी तरह की शेप बनती है बॉडी की, वो कौन बनाता है? सिर्फ ते सिर्फ प्रोटीन्स, ठीक है। तो प्रोटीन किहदे तो बनते हैं? अमाइनो एसिड तो। ते अमाइनो एसिड एसेंशियल किहड़े ने? जिहड़ा साडा शरीर नहीं बनाउंदा ਉਹ ਸਾਨੂੰ बनावटी तौर ते बाहरों ਲੈਣੇ ਪੈਂਦੇ ਹਨ। ਜਿੱਦਾਂ कि जिम वाले की लेंदे ਹਨ BCAA, या ਉਹਨੂੰ ਕੀ ਕਹਿੰਦੇ ਨੇ BCAA, ठीक है जी, ब्रांच इन अमाइनो एसिड्स। ਤਾਂ ਉਹਨਾਂ ਦੇ ਵਿੱਚ ਆਹੀ ਕੁਝ ਹੁੰਦਾ ਹੈ। ਤੇ ਜੇ ਆ ਹੈਗਾ ਤਾਂ ਮਤਲਬ ਤੁਹਾਡਾ BCA ਸਹੀ ਹੈ, ਅਦਰਵਾਈਜ਼ ਤੁਹਾਨੂੰ ਲੈਣ ਦਾ ਕੋਈ ਵੀ ਫਾਇਦਾ ਨਹੀਂ ਹੈ। ਇਹ ਵੀ ਚੀਜ਼ ਧਿਆਨ ਰੱਖੋ। ਤੇ ਕਿਹੜੇ ਕਿਹੜੇ ਐਸੈਂਸ਼ੀਅਲ ਨੇ, ਕਿਹੜੇ ਕਿਹੜੇ ਨੋਨ ਐਸੈਂਸ਼ੀਅਲ ਨੇ, ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ। ਇਸ ਤੋਂ ਪਹਿਲਾਂ ਅਸੀਂ ਪੜਿਆ ਕਾਰਬੋਹਾਈਡਰੇਟਸ ਬਾਰੇ, ਕੀ ਹਨ? એનર્ਜੀ ਦਿੰਦੇ ਹਨ। ਤਾਂ ਤੁਹਾਨੂੰ ਫੰਕਸ਼ਨ ਉਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਉਹ એનર્ਜੀ ਦਿੰਦੇ ਹਨ, ਠੀਕ ਹੈ ਜੀ। ਤੇ ਇਸ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਬਾਅਦ ਅਸੀਂ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੈਟਸ ਬਾਰੇ, ਫਾਈਬਰਸ ਬਾਰੇ, ਮਿਨਰਲਸ ਬਾਰੇ ਤੇ ਵਿਟਾਮਿਨਸ ਬਾਰੇ ਵੀ ਦੱਸਾਂਗੇ। ਪਰ ਤੁਸੀਂ ਇਸ ਚੀਜ਼ ਦਾ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਇਹ ਲੈਕਚਰ ਕਿੱਦਾਂ ਲੱਗਿਆ ਤੇ ਆਪਣੇ ਸਾਰੇ ਦੋਸਤਾਂ ਤੱਕ ਪਹੁੰਚਾਓ ਤਾਂ ਕਿ ਸਾਡਾ ਚੈਨਲ ਹਰ ਇੱਕ उस इंसान तक पहुँच सके जिसनूं इसकी जरूरत है। धन्नवाद। कर भला तो हो भला, अंत भले दा भला। धन्नवाद जी।